ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਰਾਸ਼ਟਰਪਤੀ ਦੀਆਂ ਚੋਣਾਂ ਹੋਇਆਂ ਨੂੰ ਲਗਭਗ 10 ਦਿਨ ਹੋ ਗਏ ਹਨ ਤੇ ਇੱਕ ਤਰ੍ਹਾਂ ਨਾਲ ਚੋਣ ਨਤੀਜੇ ਵੀ ਸਾਰਿਆਂ ਦੇ ਸਾਹਮਣੇ ਆ ਗਏ ਹਨ। ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਹਨ ਮਿਸਟਰ ਜੋ ਬਾਈਡਨ, ਉਹਨਾਂ ਨੂੰ ਵੱਧ ਇਲੈਕਟੋਰਲ ਸੀਟਾਂ ਨੇ ਜਿਹੜੀਆਂ ਮਿਲੀਆਂ ਨੇ, ਤੇ ਜਿਹੜੇ ਵਰਤਮਾਨ ਰਾਸ਼ਟਰਪਤੀ ਆ ਡੋਨਲਡ ਟਰੰਪ, ਉਹਨਾਂ ਨੂੰ ਬਹੁਤ ਘੱਟ ਸੀਟਾਂ, ਜੇ ਕਿ 270 ਸੀਟਾਂ ਉਹਨਾਂ ਨੂੰ ਨਹੀਂ ਮਿਲ ਸਕੀਆਂ। ਸੋ ਜਿਹੜੇ ਨਤੀਜੇ ਆ ਬਿਲਕੁਲ ਸਪਸ਼ਟ ਹੋ ਚੁੱਕੇ ਹਨ ਕਿ ਜੋ ਬਾਈਡਨ ਨੇ ਉਹ ਚੋਣ ਆ ਜਿਹੜੀ ਜਿੱਤ ਲਈ ਹੋਈ ਆ। ਸੋ ਜੋ ਬਾਈਡਨ ਅਮਰੀਕਾ ਦੇ ਅਗਲੇ ਪ੍ਰਧਾਨ ਬਣਨ ਜਾ ਰਹੇ ਹਨ। ਪਰ ਦੂਜੇ ਪਾਸੇ ਜਿਹੜੇ ਵਰਤਮਾਨ ਪ੍ਰਧਾਨ ਹਨ ਡੋਨਲਡ ਟਰੰਪ, ਉਹ ਬਹੁਤ ਹੀ ਇੱਕ ਘਟੀਆ ਕਿਸਮ ਦੀ ਰਾਜਨੀਤੀ ਖੇਡ ਰਹੇ ਹਨ। ਉਹ ਪਹਿਲੇ ਦਿਨ ਤੋਂ ਇਹ ਆਖ ਰਹੇ ਹਨ ਕਿ ਚੋਣਾਂ ਵਿੱਚ ਘਪਲੇਬਾਜ਼ੀ ਹੋਈ ਆ। ਤੁਸੀਂ ਦੇਖੋ ਵੀ ਇੱਕ ਦੇਸ਼ ਦਾ ਰਾਸ਼ਟਰਪਤੀ ਜਿਹੜਾ ਦੇਸ਼ ਨੂੰ ਚਲਾ ਰਿਹਾ ਹੈ, ਉਹ ਇਹ ਬਿਆਨ ਦੇ ਰਿਹਾ ਹੈ ਕਿ ਚੋਣਾਂ ਵਿੱਚ ਘਪਲਾ ਹੋਇਆ ਹੈ ਕਿਉਂਕਿ ਮੈਂ ਹਾਰ ਗਿਆ ਹਾਂ। ਸੋ ਉਹ ਆਪਣੀ ਹਾਰ ਬਰਦਾਸ਼ਤ ਨਹੀਂ ਕਰ ਸਕਦੇ। ਵੱਡੀ ਗੱਲ ਇਹ ਹੈ। ਸੋ ਇਹੋ ਜਿਹੇ ਲੋਕ ਜਿਹੜੇ ਤਾਨਾਸ਼ਾਹ ਬਿਰਤੀਆਂ ਦੇ ਮਾਲਕ ਹਨ, ਜਿਨ੍ਹਾਂ ਦਾ ਜਮਹੂਰੀਅਤ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ, ਜਿਹੜੇ ਆਪਣਾ ਕੰਟਰੋਲ ਚਾਹੁੰਦੇ ਨੇ, ਜਿਹੜੇ ਆਪਣੇ ਤਾਨਾਸ਼ਾਹੀ ਜਮਹੂਰੀਅਤ ਰਾਹੀਂ ਲੋਕਾਂ 'ਤੇ ਕਰਨੀ ਚਾਹੁੰਦੇ ਨੇ, ਉਹਨਾਂ ਲਈ ਹਾਰ ਬਰਦਾਸ਼ਤ ਕਰਨੀ ਕਿੰਨੀ ਔਖੀ ਹੈ। ਜਦੋਂ ਉਹ ਲੋਕ ਹਾਰ ਜਾਂਦੇ ਨੇ, ਜਦੋਂ ਵੱਡੀ ਗਿਣਤੀ ਵਿੱਚ ਜਿਹੜੇ ਵੋਟਰ ਨੇ ਉਹ ਉਹਨਾਂ ਦੇ ਖਿਲਾਫ ਫਤਵਾ ਦਿੰਦੇ ਨੇ, ਤਾਂ ਉਹ ਇਸ ਨੂੰ ਮੰਨਣ ਤੋਂ ਆਕੀ ਹੋ ਜਾਂਦੇ ਹਨ। ਪਿਛਲੇ ਦਿਨਾਂ ਤੋਂ ਹਾਲੇ ਤੱਕ ਉਹਨਾਂ ਨੇ ਰਸਮੀ ਤੌਰ 'ਤੇ ਆਪਣੀ ਹਾਰ ਆ ਜਿਹੜੀ ਉਹ ਕਬੂਲ ਨਹੀਂ ਕੀਤੀ। ਹਾਲੇ ਵੀ ਉਹਨਾਂ ਦੀ ਟੀਮ ਇਹ ਯਤਨ ਕਰ ਰਹੀ ਹੈ ਕਿ ਪੈਂਸਿਲਵੇਨੀਆ, ਐਰੀਜ਼ੋਨਾ ਅਤੇ ਨਿਵਾਡਾ ਵਿੱਚ ਜਾਂ ਹੋਰ ਥਾਵਾਂ 'ਤੇ ਵੋਟਾਂ ਦੀ ਗਿਣਤੀ ਦੁਬਾਰਾ ਕਰਾਈ ਜਾਵੇ, ਜਾਂ ਉਹਦੇ ਬਾਰੇ ਉਹ ਕੇਸ ਕਰਨ ਜਾ ਰਹੀ ਹੈ। ਸੋ ਇਹਦੇ ਉੱਪਰ ਨੂੰ ਹੁਣ ਇਹ ਗੱਲ ਹੋਈ ਹੈ ਕਿ ਪਿਛਲੇ ਦਿਨੀ ਵਾਸ਼ਿੰਗਟਨ ਵਿੱਚ ਸੱਜੇ ਪੱਖੀ ਧਿਰਾਂ, ਜਿਹੜੀਆਂ ਫਾਸ਼ੀਵਾਦੀ ਧਿਰਾਂ ਨੇ ਔਰ ਡੋਨਲਡ ਟਰੰਪ ਦੀਆਂ ਹਮਾਇਤੀ ਨੇ, ਉਹਨਾਂ ਨੇ ਵੱਡੀ ਗਿਣਤੀ ਵਿੱਚ ਇੱਕ ਮੁਜ਼ਾਹਰਾ ਕੀਤਾ ਹੈ ਔਰ ਇਹ ਆਖਿਆ ਹੈ ਕਿ ਅਸੀਂ ਇਸ ਫੈਸਲੇ ਨੂੰ, ਜਿਹੜਾ ਅਮਰੀਕਾ ਦੇ ਲੋਕਾਂ ਨੇ ਜੋ ਬਾਈਡਨ ਨੂੰ ਜਿਤਾਉਣ ਵਾਲਾ ਕੀਤਾ ਹੈ, ਅਸੀਂ ਉਹਨੂੰ ਨਹੀਂ ਮੰਨਦੇ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਬਾਈਡਨ ਪ੍ਰਧਾਨ ਬਣ ਕੇ ਜਿੰਨੇ ਵੀ ਫੈਸਲੇ ਕਰਨਗੇ, ਫੈਸਲਿਆਂ 'ਤੇ ਦਸਤਖਤ ਕਰਨਗੇ, ਅਸੀਂ ਉਹਨਾਂ ਫੈਸਲਿਆਂ ਨੂੰ ਨਹੀਂ ਮੰਨਾਂਗੇ। ਉਹ ਅਮਰੀਕਾ ਦੇ ਫੈਸਲੇ ਨਹੀਂ ਹੋਣਗੇ। ਸਾਡੇ ਲਈ ਡੋਨਲਡ ਟਰੰਪ ਹੀ ਰਾਸ਼ਟਰਪਤੀ ਹੈ। ਅਤੇ ਜਦੋਂ ਉਹ ਭੀੜ ਭਾੜ ਵਾਲੀਆਂ ਜਿਹੜੇ ਉੱਥੇ ਮੁਜ਼ਾਹਰੇ ਹੋ ਰਹੇ ਸੀ, ਤਾਂ ਅਮਰੀਕਾ ਦਾ ਪ੍ਰਧਾਨ ਜਿਹੜਾ ਡੋਨਲਡ ਟਰੰਪ ਹੈ, ਉਹ ਆਪਣੀ ਗੱਡੀ ਵਿੱਚ ਬੈਠ ਕੇ ਉਹਨਾਂ ਮੁਜ਼ਾਹਰਾਕਾਰੀਆਂ ਨੂੰ ਉਤਸ਼ਾਹਿਤ ਕਰਨ ਆ ਰਿਹਾ ਸੀ। ਦੇਖੋ ਇਤਿਹਾਸ ਦਾ ਕੀ ਮੰਜ਼ਰ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਅਖਵਾਉਣ ਵਾਲਾ ਮੁਲਕ ਇਸ ਵੇਲੇ ਕਿਸ ਕਿਸਮ ਦੀ ਸਥਿਤੀ ਵਿੱਚ ਅਤੇ ਸੰਕਟ ਵਿੱਚ ਫਸਿਆ ਹੋਇਆ ਹੈ। ਸੋ ਉਹਦਾ ਇਹ ਵੱਡਾ ਕਾਰਨ ਇਹ ਹੈ ਕਿ ਦੁਨੀਆ ਦੀ ਸਿਆਸਤ ਵਿੱਚ ਬਹੁਤ ਸਾਰੇ ਤਾਨਾਸ਼ਾਹ ਲੋਕ ਨੇ ਜਿਹੜੇ ਉਹ ਜਮਹੂਰੀਅਤ ਦਾ ਸਹਾਰਾ ਲੈ ਕੇ ਅੰਦਰ ਆ ਵੜੇ ਨੇ। ਸੋ ਭਾਰਤ ਵਿੱਚ ਵੀ ਇਸ ਤਰ੍ਹਾਂ ਹੋ ਰਿਹਾ, ਹੋਰ ਬਹੁਤ ਸਾਰੇ ਮੁਲਕਾਂ ਵਿੱਚ ਵੀ ਇਸ ਤਰ੍ਹਾਂ ਹੋ ਰਿਹਾ। ਜਿਨ੍ਹਾਂ ਲੋਕਾਂ ਦਾ ਜਮਹੂਰੀਅਤ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ, ਕੋਈ ਵੀ ਸਾਂਝ ਨਹੀਂ ਹੈ ਜਮਹੂਰੀਅਤ ਨਾਲ, ਉਹ ਲੋਕ ਜਮਹੂਰੀ ਢਾਂਚੇ ਵਿੱਚ ਆ ਕੇ ਫਿੱਟ ਹੋ ਗਏ ਨੇ ਔਰ ਉਹ ਜਮਹੂਰੀਅਤ ਦੀਆਂ ਜਿਹੜੀਆਂ ਹੱਦਬੰਦੀਆਂ ਨੇ, ਜਿਹੜੀਆਂ ਪੈਰਾਮੀਟਰਸ ਨੇ ਜਾਂ ਜਿਹੜੀ ਮਰਿਆਦਾ ਨੇ, ਉਹਦਾ ਪਾਲਣਾ ਨਹੀਂ ਕਰਨਾ ਚਾਹੁੰਦੇ। ਜਦੋਂ ਤੱਕ ਜਮਹੂਰੀਅਤ ਉਹਨਾਂ ਨੂੰ ਜਿਤਾਉਂਦੀ ਹੈ ਜਾਂ ਉਹਨਾਂ ਨੂੰ ਤਾਨਾਸ਼ਾਹ ਬਣਾ ਕੇ ਰੱਖਦੀ ਹੈ, ਉਸ ਵੇਲੇ ਤੱਕ ਉਹ ਜਮਹੂਰੀਅਤ ਦਾ ਸਤਿਕਾਰ ਕਰਦੇ ਨੇ। ਜਦੋਂ ਲੋਕ ਆਪਣੀ ਆਵਾਜ਼ ਰਾਹੀਂ ਉਹਨਾਂ ਤਾਨਾਸ਼ਾਹਾਂ ਨੂੰ ਹਟਾਉਣ ਦਾ ਯਤਨ ਕਰਦੇ ਨੇ, ਤਾਂ ਉਹ ਸਿਸਟਮ 'ਤੇ, ਜਮਹੂਰੀਅਤ 'ਤੇ ਔਰ ਵੋਟਿੰਗ ਪ੍ਰਣਾਲੀ 'ਤੇ ਹੀ ਸ਼ੱਕ ਕਰਨ ਲੱਗ ਜਾਂਦੇ ਹਨ। ਸੋ ਅਮਰੀਕਾ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਵੱਡਾ ਦੁਖਾਂਤ ਉਹਦਾ ਇਹ ਹੈ ਕਿ ਤਾਨਾਸ਼ਾਹ ਲੋਕ ਜਮਹੂਰੀ ਢਾਂਚੇ ਵਿੱਚ ਆ ਕੇ ਫਸ ਗਏ ਨੇ, ਆਪਣੇ ਪੈਸੇ ਦੇ ਜ਼ੋਰ ਨਾਲ ਜਾਂ ਆਪਣੀ ਜਿਹੜੀ ਫਾਸ਼ੀਵਾਦੀ ਰੁਚੀਆਂ ਨੇ ਉਹਦੇ ਜ਼ੋਰ ਨਾਲ। ਸੋ ਇਹ ਜਿਹੜਾ ਮੰਜ਼ਰ ਹੈ, ਇਹ ਇਕੱਲਾ ਅਮਰੀਕਾ ਦਾ ਸੰਕਟ ਨਹੀਂ ਹੈ, ਸਮੁੱਚੇ ਸੱਜੇ ਪੱਖੀਆਂ ਦਾ ਅਤੇ ਸਮੁੱਚੇ ਫਾਸ਼ੀਵਾਦੀਆਂ ਦਾ ਜਿਹੜਾ ਸੰਕਟ ਆ ਉਹ ਇਹ ਸੰਕਟ ਹੀ ਹੈ। ਸੋ ਇਸ ਵੇਲੇ ਅਸੀਂ ਜਦੋਂ ਇਸ ਦੀ ਸਿਧਾਂਤਕ ਵਿਆਖਿਆ ਕਰ ਰਹੇ ਹੈਗੇ ਹਾਂ, ਤਾਂ ਕੁਝ ਸਮਾਂ ਪਹਿਲਾਂ ਇੱਕ ਕਿਤਾਬ ਪੜ੍ਹੀ ਸੀ। ਉਹਦੇ ਵਿੱਚੋਂ ਜਿਹੜਾ ਇਟਲੀ ਦਾ ਸ਼ਾਸਕ ਸੀ ਮੁਸੋਲੀਨੀ, ਜਿਹੜਾ ਤਾਨਾਸ਼ਾਹ ਸੀ, ਉਹਦੀਆਂ ਕੁਝ ਸਤਰਾਂ ਨੇ ਜਿਹੜੀਆਂ ਉਹ ਪੜ੍ਹੀਆਂ ਸੀ, ਉਹ ਆਪਣੇ ਦਰਸ਼ਕਾਂ ਨਾਲ, ਜਿਹੜਾ ਪਾਠਕਾਂ ਨਾਲ ਸਾਂਝਾ ਕਰਨ ਦਾ ਯਤਨ ਕਰਦੇ ਹਾਂ। ਫਿਰ ਸਾਨੂੰ ਸਮਝ ਆਊਗਾ ਕਿ ਜਿਹੜੇ ਸੱਜੇ ਪੱਖੀ ਜਾਂ ਫਾਸ਼ੀਵਾਦੀ ਨੇ, ਅਸਲ 'ਚ ਉਹ ਸਿਰਫ ਜਮਹੂਰੀਅਤ ਦਾ ਹੀ ਮਜ਼ਾਕ ਨਹੀਂ ਕਰਦੇ, ਬਲਕਿ ਸਮੁੱਚੀਆਂ ਸੰਸਥਾਵਾਂ ਜਿਹੜੀਆਂ ਜਮਹੂਰੀ ਢਾਂਚੇ ਨੇ ਸਥਾਪਿਤ ਕੀਤੀਆਂ ਹੋਈਆਂ ਨੇ, ਉਹਨਾਂ ਨੂੰ ਉਹ ਆਪਣੇ ਜਿਹੜੇ ਘਟੀਆ ਕਿਸਮ ਦੇ ਇਰਾਦੇ ਆ ਉਹਨਾਂ ਲਈ ਵਰਤਦੇ ਨੇ। ਸੋ ਮੁਸੋਲੀਨੀ ਲਿਖਦਾ ਹੈ, ਫਾਸ਼ੀਵਾਦ ਦੀ ਜੜ ਇੱਕ ਨਿਰਕੁੰਸ਼ ਸਟੇਟ ਦੀ ਸਿਰਜਣਾ ਕਰਨਾ ਹੈ, ਜਿਸ ਵਿੱਚ ਉਸਦੇ ਸ਼ਹਿਰੀ ਸਟੇਟ ਦੀ ਅਧੀਨ ਹੀ ਆਪਣੀ ਜ਼ਿੰਦਗੀ ਦਾ ਨਿਰਵਾਹ ਕਰ ਸਕਣਗੇ। ਉਹਨਾਂ ਦੀ ਸਟੇਟ ਲਈ ਵਫਾਦਾਰੀ ਅਧੀਨਗੀ ਦੀ ਹੱਦ ਤੱਕ ਰਹੇਗੀ। ਮੁਸੋਲੀਨੀ ਦੇ ਵਫਾਦਾਰ ਪੈਰੋਕਾਰ ਸਭ ਤੋਂ ਪਹਿਲਾਂ ਸਟੇਟ 'ਤੇ ਕਬਜ਼ਾ ਕਰਕੇ ਪਾਰਲੀਮੈਂਟਰੀ ਸਿਸਟਮ ਨੂੰ ਖਤਮ ਕਰਨ ਦੀ ਇੱਛਾ ਰੱਖਦੇ ਹਨ। ਉਹ ਇਸ ਦੀ ਜਗ੍ਹਾ ਕੁਝ ਕੁ ਐਲੀਟ ਨੂੰ
ਵਾਹਤ ਨੇਦਾ ਦੇ ਦੁਆਲੇ ਤਾਇਨਾਤ ਕਰਕੇ ਸਟੇਟ ਦੇ ਸਮੁੱਚੇ ਕਾਰਜ ਆਪਣੇ ਅਧੀਨ ਕਰਦੇ ਹਨ। ਫਾਸ਼ੀਵਾਦ ਦੇ ਢਾਂਚੇ ਵਿੱਚ ਸੰਗਤ ਦੇ ਵਿਚਾਰਾਂ ਨੂੰ ਕੋਈ ਥਾਂ ਨਹੀਂ ਹੈ, ਨਾ ਹੀ ਪਾਰਲੀਮੈਂਟਰੀ ਪ੍ਰਣਾਲੀ ਨੂੰ, ਬਲਕਿ ਸਭ ਨੂੰ ਇੱਕ ਆਗੂ ਦੀ ਅਧੀਨਗੀ ਮੰਨਣੀ ਪਵੇਗੀ। ਚੁਣੀ ਹੋਈ ਸਰਕਾਰ ਵੀ ਲੀਡਰ ਨੂੰ ਜਵਾਬਦੇਹ ਹੋਵੇਗੀ। ਇਸ ਸਥਿਤੀ ਵਿੱਚ ਬੇਸ਼ੱਕ ਸਟੇਟ ਨੂੰ ਸਿਧਾਂਤਕ ਤੌਰ ਤੇ ਬਹੁਤ ਸੋਹਣੇ ਸ਼ਬਦਾਂ ਵਿੱਚ ਬਿਆਨ ਕੀਤਾ ਜਾਵੇਗਾ, ਪਰ ਅਸਲ ਵਿੱਚ ਸਟੇਟ ਕੁਝ ਕੁ ਲੋਕਾਂ ਦਾ ਸੰਦ, ਇਹ ਟੂਲ ਔਰ ਵੈਸਲ ਹੋਵੇਗੀ। ਸਰਕਾਰ ਜਾਂ ਸਟੇਟ ਵੀ ਪਾਰਟੀ ਅਤੇ ਤਹਿਰੀਕ ਦੇ ਅਧੀਨ ਹੋਵੇਗੀ। ਮੁਸੋਲੀਨੀ ਨੇ ਪਾਰਟੀ ਨਾਲ ਗਦਾਰੀ ਨੂੰ ਦੇਸ਼ ਨਾਲ ਗਦਾਰੀ ਦਾ ਫਤਵਾ ਦੇ ਕੇ ਫਾਸ਼ੀਵਾਦੀ ਸਿਸਟਮ ਦੇ ਸਿਆਸੀ ਪ੍ਰੋਗਰਾਮ ਨੂੰ ਹੋਰ ਸਪਸ਼ਟ ਕਰ ਦਿੱਤਾ ਸੀ। ਉਸਨੇ ਆਖਿਆ, ਪਾਰਟੀ ਰਾਜਨੀਤੀ ਨੂੰ ਵੱਡੇ ਪੱਧਰ ਤੇ ਉਸਾਰੇਗੀ, ਸਟੇਟ ਵੱਡੇ ਪੱਧਰ ਤੇ ਪੁਲਿਸ ਦੀ ਤਰਜਮਾਨੀ ਕਰੇਗੀ। ਇਸ ਦਾ ਮਤਲਬ ਹੈ ਕਿ ਪਾਰਟੀ ਨੇ ਜਿਸ ਤਰ੍ਹਾਂ ਵਿਚਰਨ ਦਾ ਮਾਹੌਲ ਬਣਾ ਲਿਆ ਹੈ, ਸਟੇਟ ਜਾਂ ਸਰਕਾਰ ਨੂੰ ਉਸ ਮਾਹੌਲ ਦੀ ਅਧੀਨਗੀ ਕਰਨੀ ਪਵੇਗੀ। ਇਹ ਰਾਸ਼ਟਰਵਾਦ ਨਹੀਂ ਹੈ, ਬਲਕਿ ਹਿੰਸਾਵਾਦੀ ਗਰੋਹ, ਕਲਟ ਆਫ ਵਾਇਲੈਂਸ ਹੈ। ਹੋਮਿਓ ਫਾਸ਼ਿਸਟਾਂ ਦਾ ਆਦਰਸ਼ ਫਰਾਂਸ ਦੇ ਫਾਸ਼ੀਵਾਦੀਆਂ ਦਾ ਮਨ ਭਾਉਂਦਾ ਆਦਰਸ਼ ਰਿਹਾ ਹੈ। ਬ੍ਰੈਸੀਲਾਚ ਅਤੇ ਡੋਰਿਓ ਰੋਚੀਲੇ ਜਿਹੇ ਫਾਸ਼ੀਵਾਦੀ ਸਨ, ਜੋ ਕਮਜ਼ੋਰਾਂ ਤੇ ਜ਼ੁਲਮ ਕਰਕੇ ਆਪਣੀ ਮਾਨਸਿਕ ਤ੍ਰਿਪਤੀ ਕਰਦੇ ਸਨ। ਕਮਜ਼ੋਰਾਂ ਤੇ ਜ਼ੁਲਮ ਕਰਨ ਵਾਲੇ ਗਰੁੱਪਾਂ ਦੇ ਇਹ ਲੀਡਰ ਫਿਰ ਇਤਿਹਾਸ ਦੇ ਨਾਇਕ ਬਣ ਗਏ, ਖਾਸ ਕਰਕੇ ਨੌਜਵਾਨਾਂ ਦੇ। ਇਸੇ ਲਈ ਫਾਸ਼ੀਵਾਦੀ ਵਿਚਾਰਧਾਰਾ ਨੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਪ੍ਰਭਾਵਿਤ ਕੀਤਾ। ਅਸੀਂ ਦੇਖਿਆ ਹੈ ਕਿ ਸੱਚੇ ਸੁੱਚੇ ਰਾਸ਼ਟਰਵਾਦੀਆਂ ਲਈ ਕੌਮ ਦਾ ਸੰਕਲਪ ਅਜਿਹੇ ਲੋਕਾਂ ਦੀ ਸਾਂਝ ਤੋਂ ਹੈ ਜੋ ਸਾਂਝੇ ਇਤਿਹਾਸ ਅਤੇ ਰਵਾਇਤਾਂ ਨੂੰ ਪ੍ਰਣਾਏ ਹੋਏ ਹਨ। ਕੌਮਵਾਦੀ ਇਹਨਾਂ ਦੀ ਮੌਲਿਕ ਆਜ਼ਾਦੀ ਅਤੇ ਮੌਲਿਕ ਸੰਸਕਾਰਾਂ ਦੀ ਰਾਖੀ ਲਈ ਯਤਨਸ਼ੀਲ ਹਨ, ਪਰ ਦੂਜੇ ਪਾਸੇ ਫਾਸ਼ੀਵਾਦੀ ਕੌਮ ਨੂੰ ਸਾਧਨ ਦੇ ਰੂਪ ਵਿੱਚ ਵਰਤਦੇ ਹਨ, ਸਿਆਸੀ ਸ਼ਕਤੀ ਹਾਸਲ ਕਰਨ ਦਾ ਜ਼ਰੀਆ ਮੰਨਦੇ ਹਨ, ਆਪਣੀ ਤਾਕਤ ਨੂੰ ਵਰਤਣ ਅਤੇ ਅਜਮਾਉਣ ਦਾ ਹਥਿਆਰ ਸਮਝਦੇ ਹਨ। ਫਾਸ਼ੀਵਾਦੀਆਂ ਵਾਸਤੇ ਦੇਸ਼ ਦੇ ਨਾਗਰਿਕਾਂ ਦੀ ਕੋਈ ਬੁੱਕਤ ਨਹੀਂ ਹੈ। ਉਹ ਨਾਗਰਿਕ ਦੇ ਸੰਕਲਪ ਨੂੰ ਹੀ ਬੁਰਜੂਆ ਸੰਕਲਪ ਆਖਦੇ ਹਨ। ਇਤਿਹਾਸ ਵੀ ਫਾਸ਼ੀਵਾਦੀਆਂ ਲਈ ਇੱਕ ਘਟੀਆ ਸੰਦ ਤੋਂ ਵੱਧ ਕੁਝ ਨਹੀਂ ਹੈ। ਰਾਸ਼ਟਰਵਾਦੀਆਂ ਵਾਂਗ ਫਾਸ਼ੀਵਾਦੀਆਂ ਦਾ ਨਿਸ਼ਾਨਾ ਕੌਮ ਦੇ ਬੀਤੇ ਹੋਏ ਅਤੀਤ ਦੀਆਂ ਮਾਣਮੱਤੀਆਂ ਰਵਾਇਤਾਂ ਨੂੰ ਪ੍ਰਜਵੱਲਿਤ ਕਰਨਾ ਨਹੀਂ ਹੈ, ਬਲਕਿ ਇਤਿਹਾਸ ਉਹਨਾਂ ਲਈ ਗਰੀਬਾਂ ਅਤੇ ਨਤਾਣਿਆਂ ਉੱਤੇ ਕੀਤੇ ਗਏ ਜ਼ੁਲਮਾਂ ਦਾ ਸਟੋਰ ਹਾਊਸ ਹੈ। ਗਰੀਬਾਂ ਅਤੇ ਨਤਾਣਿਆਂ ਦੇ ਕੀਤੇ ਗਏ ਜ਼ੁਲਮ, ਲਾਈਆਂ ਗਈਆਂ ਅੱਗਾਂ, ਕੀਤੇ ਗਏ ਜਬਰ ਜਨਾਹ ਹੀ ਫਾਸ਼ੀਆਂ ਲਈ ਇਤਿਹਾਸ ਹਨ। ਉਹਨਾਂ ਦੀ ਮਹਾਨ ਭਾਵਨਾ ਅਤੇ ਵਿਰਾਸਤ ਨਾਲ ਫਾਸ਼ੀਆਂ ਨੂੰ ਕੋਈ ਲਾਗਾ ਦੇਗਾ ਨਹੀਂ ਹੈ। ਇਤਿਹਾਸ ਉਹਨਾਂ ਲਈ ਗਰੀਬਾਂ 'ਤੇ ਪ੍ਰਾਪਤ ਕੀਤੀਆਂ ਜਿੱਤਾਂ, ਮੈਕੀਆਵੈਲੀਅਨ ਤਾਕਤ ਦੀ ਸੌਪੁਣੇ 'ਤੇ ਜਿੱਤ, ਦਲੀਲ ਅਤੇ ਸੰਜਮ ਉੱਤੇ ਬੌਧਿਕ ਹਮਲੇ ਦੀ ਜਿੱਤ ਤੋਂ ਵੱਧ ਕੁਝ ਨਹੀਂ ਹੈ। ਰਾਸ਼ਟਰਵਾਦੀ ਜਿੱਥੇ ਆਪਣੇ ਹੋਮਲੈਂਡ ਦੀ ਸੁਰੱਖਿਆ ਲਈ ਤੰਗਦੇ ਹਨ, ਫਾਸ਼ੀਵਾਦੀ ਦੂਜੇ ਪਾਸੇ ਜਿੱਤ ਅਤੇ ਜਿੱਤੇ ਹੋਏ ਲੋਕਾਂ ਨੂੰ ਗੁਲਾਮ ਬਣਾਉਣ 'ਤੇ ਮਾਣ ਮਹਿਸੂਸ ਕਰਦੇ ਹਨ। ਇਸੇ ਕਰਕੇ ਕੌਮ ਫਾਸ਼ੀਵਾਦੀਆਂ ਲਈ ਇਤਿਹਾਸਕ ਵਿਰਾਸਤ ਨੂੰ ਸਾਂਭਣ ਅਤੇ ਮਨੁੱਖਤਾ ਦੀ ਪ੍ਰਤੀਬੱਧਤਾ ਨੂੰ ਪ੍ਰਜਵੱਲਿਤ ਕਰਨ ਦਾ ਜ਼ਰੀਆ ਨਹੀਂ ਹੈ, ਬਲਕਿ ਹਿੰਸਾ ਦਾ ਗਰੋਹ ਬਣ ਜਾਂਦੀ ਹੈ। ਕੌਮ ਉਹਨਾਂ ਲਈ ਸੱਚੇ ਸੁੱਚੇ ਨਾਗਰਿਕਾਂ ਦਾ ਉਹ ਸਮੂਹ ਨਹੀਂ ਰਹਿੰਦੀ ਜੋ ਆਪਣੀ ਆਜ਼ਾਦੀ ਅਤੇ ਇਤਿਹਾਸਕ ਵਿਰਾਸਤ ਦੀ ਸਾਂਭ ਸੰਭਾਲ ਲਈ ਆਪਣੇ ਹੋਮਲੈਂਡ ਦੀ ਆਜ਼ਾਦੀ ਚਾਹੁੰਦੇ ਹਨ, ਬਲਕਿ ਕੌਮ ਉਹਨਾਂ ਲਈ ਅਣਦਿਸਦੇ ਦੁਸ਼ਮਣਾਂ ਜਾਂ ਆਪੂ ਸਿਰਜੇ ਦੁਸ਼ਮਣਾਂ ਨੂੰ ਪੈਰ ਪੈਰ 'ਤੇ ਪੜ੍ਹਨੇ ਪਾਉਣ ਜਾਂ ਉਹਨਾਂ ਦਾ ਕਤਲੇਆਮ ਕਰਨ ਦਾ ਸੰਦ ਬਣ ਜਾਂਦੀ ਹੈ। ਸੋ ਮੁਸੋਲੀਨੀ ਦੇ ਇਹਨਾਂ ਵਿਚਾਰਾਂ ਦੇ ਸੰਦਰਭ ਵਿੱਚ ਜਦੋਂ ਅਸੀਂ ਅਮਰੀਕਾ ਦੀ ਵਰਤਮਾਨ ਸਿਆਸਤ ਨੂੰ ਦੇਖਦੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਪਿਛਲੇ 4 ਸਾਲਾਂ ਤੋਂ ਡੋਨਾਲਡ ਟਰੰਪ ਵੱਲੋਂ ਜਿਨ੍ਹਾਂ ਫਾਸ਼ੀਵਾਦੀ ਗਰੋਹਾਂ ਨੂੰ ਹਮਾਇਤ ਦਿੱਤੀ ਗਈ, ਜਿਹੜੀਆਂ ਸੱਜੇ ਪੱਖੀ ਧਿਰਾਂ ਜੋ ਫਾਸ਼ੀਵਾਦ ਦਾ ਪ੍ਰਚਾਰ ਕਰਦੀਆਂ ਹਨ, ਉਹਨਾਂ ਨੂੰ ਡਟਵੀਂ ਹਮਾਇਤ ਦਿੱਤੀ ਗਈ ਅਤੇ ਦੂਜੇ ਪਾਸੇ ਫਾਸ਼ੀਵਾਦ ਦੇ ਵਿਰੋਧੀਆਂ ਨੂੰ ਅੱਤਵਾਦੀਆਂ ਦਾ ਨਾਂ ਦੇ ਕੇ ਜਾਂ ਗਰਦਾਨ ਕੇ ਉਹਨਾਂ 'ਤੇ ਕੇਸ ਚਲਾਉਣ ਜਾਂ ਉਹਨਾਂ ਦਾ ਕਤਲੇਆਮ ਕਰਨ ਦੀਆਂ ਜਿਹੜੀਆਂ ਟਾਰਾਂ ਨੇ ਮਾਰੀਆਂ ਗਈਆਂ। ਸੋ ਪਿਛਲੇ ਦਿਨਾਂ ਦੌਰਾਨ ਅਮਰੀਕਾ ਵਿੱਚ ਜਿਸ ਤਰ੍ਹਾਂ ਘੱਟ ਗਿਣਤੀ ਕਾਲੇ ਲੋਕਾਂ ਦਾ ਕਤਲੇਆਮ ਹੋਇਆ, ਜਿਹਦੇ ਵਿੱਚੋਂ ਬਹੁਤ ਥੋੜ੍ਹੇ ਕੇਸ ਆ ਜਿਹੜੇ ਸਾਹਮਣੇ ਆਏ ਆ, ਉਹਨਾਂ ਉੱਤੇ ਡੋਨਾਲਡ ਟਰੰਪ ਨੇ ਕੋਈ ਵੀ ਟਿੱਪਣੀ ਨਹੀਂ ਕੀਤੀ, ਉਹਨਾਂ ਦੀ ਉਸ ਤਰ੍ਹਾਂ ਜਚਵੇਂ ਮਨ ਨਾਲ ਨਿਖੇਧੀ ਨਹੀਂ ਕੀਤੀ, ਬਲਕਿ ਉਸ ਨੂੰ ਲਗਾਤਾਰ ਉਹ ਜਿਹੜੀਆਂ ਚਿੱਟੀਆਂ ਫਾਸ਼ੀਵਾਦੀ ਤਾਕਤਾਂ ਸੀ ਉਹਨਾਂ ਦੀ ਹਮਾਇਤ ਕਰਦਾ ਰਿਹਾ। ਹੁਣ ਪਿਛਲੇ ਦਿਨੀ ਬਾਰਕ ਓਬਾਮਾ ਨੇ BBC ਨਾਲ ਜੋ ਇੰਟਰਵਿਊ ਦਿੱਤੀ ਹੈ, ਉਹਦੇ ਵਿੱਚ ਉਹਨੇ ਸਪਸ਼ਟ ਆਖਿਆ ਹੈ ਕਿ ਇਸ ਸਮੇਂ ਵਰਤਮਾਨ ਸਮੇਂ 2020 ਵਿੱਚ ਅਮਰੀਕਾ ਨਸਲੀ ਪੱਧਰ 'ਤੇ ਬਹੁਤ ਬੁਰੀ ਤਰ੍ਹਾਂ ਵੰਡ ਦਾ ਸ਼ਿਕਾਰ ਹੈ। ਇਹਦੇ ਵਿੱਚ ਬਹੁਤ ਵੱਡੀਆਂ ਤਰੇੜਾਂ ਆ ਗਈਆਂ ਹਨ। ਸੋ ਜਿਹੜੀ ਵਾਈਟ ਸੁਪਰੀਮੇਸੀ ਹੈ, ਉਹਨਾਂ ਦਾ ਜਿਹੜਾ ਫਾਸ਼ੀਵਾਦੀ ਰੁਝਾਨ ਹੈ, ਉਹ ਬਹੁਤ ਵੱਡੀ ਪੱਧਰ 'ਤੇ ਵੱਧ ਗਿਆ ਹੈ। ਉਹ ਆਖਦੇ ਹਨ ਕਿ ਮੇਰੇ ਬਾਰੇ ਵੀ ਇਹ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ ਕਿ ਅ ਬਲੈਕ ਮੈਨ ਇਨ ਵਾਈਟ ਹਾਊਸ ਕੈਨ ਨਾਟ ਬੀ ਟੋਲਰੇਟਡ, ਵੀ ਇੱਕ ਕਾਲਾ ਆਦਮੀ ਵਾਈਟ ਹਾਊਸ ਵਿੱਚ ਰਾਸ਼ਟਰਪਤੀ ਬਣ ਕੇ ਚਲਾ ਗਿਆ ਹੈ,
ਇਸ ਨੂੰ ਅਸੀਂ ਸਹਿਣ ਨਹੀਂ ਕਰ ਸਕਦੇ। ਪਰ ਹੁਣ ਕਹਿੰਦਾ ਵੀ 4 ਸਾਲ ਤੋਂ ਇਸ ਸਮੇਂ ਦੌਰਾਨ ਜਿਸ ਕਿਸਮ ਦੀ ਰਾਜਨੀਤੀ ਕੀਤੀ ਗਈ ਹੈ, ਇਹ ਤਾਨਾਸ਼ਾਹੀ ਦੀ ਰਾਜਨੀਤੀ ਹੈ। ਸੋ ਤਾਨਾਸ਼ਾਹੀਆਂ ਦੀ ਜਮਹੂਰੀਅਤ ਨੇ ਅਮਰੀਕਾ ਵਿੱਚ ਜਿਸ ਕਿਸਮ ਦੇ ਵਿਗਾੜ ਪੈਦਾ ਕਰ ਦਿੱਤੇ ਹਨ, ਔਰ ਜਿਸ ਤਰ੍ਹਾਂ ਸੱਜੇ ਪੱਖੀ ਤਾਕਤਾਂ ਅਗਲੇ 4 ਸਾਲਾਂ ਦੌਰਾਨ ਉਹਨਾਂ ਵਿਗਾੜਾਂ ਦੇ ਆਧਾਰ 'ਤੇ ਆਪਣੀਆਂ ਵੋਟਾਂ ਹਾਸਲ ਕਰਨ ਲਈ ਦੌੜ ਭੱਜ ਕਰ ਰਹੀਆਂ ਹਨ। ਸੋ ਉਹ ਜਮਹੂਰੀ ਢਾਂਚੇ ਦੀ ਸਮੁੱਚੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਨਿਰਾਦਰ ਹੈ, ਔਰ ਦੁਨੀਆ ਭਰ ਵਿੱਚ ਇਸ ਕਿਸਮ ਦੇ ਰੁਝਾਨ ਆ ਜਿਹੜੇ ਉਹ ਕੌਮਾਂ ਦੀ ਪ੍ਰਵਿਰਤੀ, ਆਮ ਲੋਕਾਂ ਦੀਆਂ ਜਮਹੂਰੀ ਕਦਰਾਂ ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਕਾਰਜ ਨੇ ਉਹਨਾਂ ਨੂੰ ਬਹੁਤ ਵੱਡੀ ਸੱਟ ਮਾਰੇਗੀ ਅਤੇ ਦੁਨੀਆ ਭਰ ਵਿੱਚ ਸੱਜੇ ਪੱਖੀ ਤਾਕਤਾਂ ਜਿਹੜੀ ਉਹਨਾਂ ਨੂੰ ਮਜ਼ਬੂਤ ਕਰੇਗੀ। ਇਹਨਾਂ ਨੂੰ ਥਾਂ 'ਤੇ ਹੀ ਨੱਪਣ ਲਈ ਬਹੁਤ ਸਾਰੀਆਂ ਜਿਹੜੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ, ਘੱਟ ਗਿਣਤੀਆਂ ਨੇ ਜਾਂ ਚੰਗਾ ਸੋਚਣ ਵਾਲੇ ਲੋਕ ਹੈ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। प्राइड पंजाब टीवी सब्सक्राइब करना ना भूलना।